ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਕਈ ਵਾਰ ਅਧਿਆਤਮਿਕ ਤੌਰ 'ਤੇ ਸੰਗਤਾਂ ਆਪਣੇ ਮਨ ਦੇ ਵਿਚਾਰ ਜਾਂ ਪਰਮਾਰਥ 'ਤੇ ਚੱਲਣ ਲਈ ਅਹਿਮ ਸਵਾਲ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਨਾਲ ਸਾਂਝੇ ਕਰਦੀਆਂ ਰਹਿੰਦੀਆਂ ਹਨ। ਭਾਈ ਸਾਹਿਬ ਜੀ ਸਹਿਜ ਸੁਭਾਅ ਉਹਨਾਂ ਸਵਾਲਾਂ ਦੇ ਜਵਾਬ ਗੁਰਮਤਿ ਅਨੁਸਾਰ ਦਿੰਦੇ ਹਨ। ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਯਤਨ ਕੀਤਾ ਗਿਆ ਹੈ ਉਹਨਾਂ ਸਵਾਲਾਂ ਨੂੰ ਕਿਤਾਬ ਦੇ ਰੂਪ ਵਿੱਚ ਸੰਗਤਾਂ ਦੇ ਸਨਮੁਖ ਭੇਂਟ ਕੀਤਾ ਜਾਵੇ। ਇਸ ਕਿਤਾਬ ਦਾ ਨਾਮ ਹੈ ਜੀਵਨ ਸੇਧਾਂ। ਅਸੀਂ ਉਹਨਾਂ ਸਵਾਲਾਂ ਜਵਾਬਾਂ ਨੂੰ ਆਡੀਓ ਦੇ ਰੂਪ ਵਿੱਚ ਸੰਗਤਾਂ ਦੇ ਸਨਮੁਖ ਭੇਂਟ ਕਰਨ ਜਾ ਰਹੇ ਹਾਂ ਤਾਂ ਜੋ ਸੰਗਤਾਂ ਇਸ ਦਾ ਲਾਹਾ ਲੈ ਸਕਣ। ਸਵਾਲ ਨੰਬਰ 151। ਸਤਿਕਾਰਯੋਗ ਵੀਰ ਜੀ, ਕਈ ਲੋਕ ਪਰਮਾਰਥ ਦੀ ਗੱਲ ਵਿੱਚ ਬਹੁਤ ਬਹਿਸ ਕਰਦੇ ਹਨ, ਕੀ ਇਹ ਠੀਕ ਹੈ? ਜਵਾਬ: ਸਿੱਖੀ ਵਿੱਚ ਬਹਿਸ ਜਾਂ ਚਰਚਾ ਪ੍ਰਵਾਨ ਨਹੀਂ। ਸਿੱਖ ਦਾ ਮਤਲਬ ਹੈ ਸਿੱਖਣਾ। ਜੇਕਰ ਅੰਤਲੇ ਸਵਾਸ ਵੀ ਆ ਜਾਣ ਤਾਂ ਵੀ ਭਾਵਨਾ ਇਹ ਹੋਵੇ ਕਿ ਮੈਂ ਹਾਲੇ ਕੁਝ ਨਹੀਂ ਸਿੱਖਿਆ, ਕੁਝ ਸਿੱਖਣਾ ਹੈ। ਬਾਬਾ ਈਸਰ ਸਿੰਘ ਜੀ ਬਚਨ ਕਰਦੇ ਸਨ ਕਿ ਜੇਕਰ ਕੋਈ ਪਰਮਾਰਥ ਵਿੱਚ ਤੁਹਾਡੇ ਤੋਂ ਵੱਧ ਹੈ ਤਾਂ ਉਸ ਤੋਂ ਕੁਝ ਗ੍ਰਹਿਣ ਕਰਨ ਦਾ ਯਤਨ ਕਰੀਏ। ਜੇਕਰ ਕੋਈ ਬਰਾਬਰ ਦਾ ਹੈ ਤਾਂ ਉਸ ਨਾਲ ਵਚਨ ਸਾਂਝੇ ਕਰੋ। ਜੇਕਰ ਕੋਈ ਪਰਮਾਰਥ ਵਿੱਚ ਆਪ ਜੀ ਤੋਂ ਘੱਟ ਹੈ ਤਾਂ ਫਿਰ ਉਸ ਨੂੰ ਕੁਝ ਦੇਣ ਦਾ ਯਤਨ ਕਰੀਏ। ਸਵਾਲ ਨੰਬਰ 152। ਸਤਿਕਾਰਯੋਗ ਵੀਰ ਜੀ, ਸੰਗਤ ਵਿੱਚ ਇੱਕ ਬੀਬੀ ਨੇ ਦੱਸਿਆ ਸੀ ਕਿ ਗੁਰੂ ਸਾਹਿਬ ਉਸ ਤੋਂ ਕਾਫੀ ਪਾਠਾਂ ਦੀ ਸੇਵਾ ਲੈਂਦੇ ਹਨ ਅਤੇ ਉਸਨੇ ਇਹ ਵੀ ਦੱਸਿਆ ਸੀ ਕਿ ਜਦੋਂ ਵੀ ਕਦੀ ਰਾਤ ਨੂੰ ਉਸ ਦੀ ਨੀਂਦ ਖੁੱਲ੍ਹਦੀ ਹੈ ਤਾਂ ਉਸ ਦੇ ਅੰਦਰ ਕੋਈ ਨਾ ਕੋਈ ਪਾਠ ਚੱਲ ਰਿਹਾ ਹੁੰਦਾ ਹੈ। ਜਵਾਬ: ਇਹ ਬਹੁਤ ਵੱਡੀ ਅਤੇ ਚੰਗੀ ਗੱਲ ਹੈ। ਕਬੀਰ ਜੀ ਕਹਿੰਦੇ ਹਨ, ਜਿਹੜਾ ਇਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ, ਮੇਰਾ ਦਿਲ ਕਰਦਾ ਹੈ ਕਿ ਮੇਰੇ ਤਨ ਦੀ ਚਮੜੀ ਦਾ ਜੋੜਾ ਬਣਾ ਕੇ ਉਸ ਦੇ ਪੈਰਾਂ ਵਿੱਚ ਪੈ ਜਾਵੇ। ਸਵਾਲ ਨੰਬਰ 153। ਸਤਿਕਾਰਯੋਗ ਵੀਰ ਜੀ, ਜਦੋਂ ਕੋਈ ਪਰਮਾਰਥ ਦੀ ਦੁਨੀਆ ਵਿੱਚ ਜ਼ਿਆਦਾ ਉੱਤੇ ਹੋ ਜਾਵੇ ਤਾਂ ਆਮ ਲੋਕ ਕਹਿੰਦੇ ਹਨ ਕਿ ਸਾਡੇ ਘਰ ਚਰਨ ਪਾਓ। ਉਸ ਸਮੇਂ ਗੁਰਸਿੱਖ ਨੂੰ ਕੀ ਕਹਿਣਾ ਚਾਹੀਦਾ ਹੈ? ਜਵਾਬ: ਇਹ ਸਵਾਲ ਬਾਬਾ ਨੰਦ ਸਿੰਘ ਜੀ ਨੇ ਵੀ ਸੇਵਾਦਾਰਾਂ ਨੂੰ ਕੀਤਾ ਸੀ। ਇੱਕ ਵਾਰੀ ਸੇਵਾਦਾਰਾਂ ਨੂੰ ਬਾਬਾ ਜੀ ਨੇ ਕਿਹਾ, ਕੋਈ ਤੁਹਾਨੂੰ ਇਹ ਕਹੇ ਕਿ ਮੇਰੇ ਘਰ ਚਰਨ ਪਾਓ ਤਾਂ ਤੁਸੀਂ ਕੀ ਕਹੋਗੇ? ਇੱਕ ਸੇਵਾਦਾਰ ਕਹਿੰਦਾ, ਜੀ ਉਸ ਨੂੰ ਕਹਾਂਗੇ ਚਰਨ ਪਾਵਾਂਗੇ ਜੀ। ਬਾਬਾ ਜੀ ਕਹਿੰਦੇ, ਇਸ ਦਾ ਮਤਲਬ ਤੁਸੀਂ ਚਰਨ ਪਾਉਣ ਜੋਗੇ ਬਣ ਗਏ ਜੇ। ਦੂਜੇ ਸੇਵਾਦਾਰ ਨੂੰ ਪੁੱਛਿਆ ਕਿ ਤੂੰ ਦੱਸ ਭਾਈ, ਤੂੰ ਕੀ ਜਵਾਬ ਦੇਵੇਂਗਾ? ਦੂਜਾ ਸੇਵਾਦਾਰ ਕਹਿਣ ਲੱਗਾ, ਇਹ ਕਹਾਂਗੇ ਕਿ ਜਦੋਂ ਟਾਈਮ ਹੋਵੇਗਾ ਉਦੋਂ ਚਰਨ ਪਾਵਾਂਗੇ। ਬਾਬਾ ਜੀ ਕਹਿਣ ਲੱਗੇ, ਤੂੰ ਤਾਂ ਉਸ ਦਾ ਵੀ ਪਿਓ ਨਿਕਲਿਆ ਹੈ ਹਉਮੈ ਵਿੱਚ। ਫਿਰ ਸੇਵਾਦਾਰਾਂ ਨੇ ਬੇਨਤੀ ਕੀਤੀ, ਬਾਬਾ ਜੀ ਆਪ ਹੀ ਸਮੱਤ ਬਖਸ਼ੋ। ਬਾਬਾ ਜੀ ਕਹਿਣ ਲੱਗੇ, ਜੇ ਕੋਈ ਇਸ ਤਰ੍ਹਾਂ ਕਹੇ ਕਿ ਘਰ ਚਰਨ ਪਾਓ ਤਾਂ ਅੱਗੋਂ ਕਹਿਣਾ ਹੈ, ਜੀ ਤੁਹਾਡੇ ਦਰਸ਼ਨ ਕਰਨ ਆਵਾਂਗੇ। ਇਹ ਨਿਮਰਤਾ ਹੈ। ਗੁਰਸਿੱਖ ਦੇ ਹਰ ਬੋਲ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ। ਫਿਰ ਸਤਿਗੁਰੂ ਜੀ ਗੁਰਬਾਣੀ ਵਿੱਚ ਕਹਿੰਦੇ ਹਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਸਵਾਲ ਨੰਬਰ 154। ਸਤਿਕਾਰਯੋਗ ਵੀਰ ਜੀ, ਮੈਂ ਇੱਕ ਕਿਤਾਬ ਵਿੱਚ ਪੜ੍ਹਿਆ ਸੀ ਕਿ ਕਿਰਤ ਦਾ ਪਰਮਾਰਥ ਨਾਲ ਵੀ ਸੰਬੰਧ ਹੈ, ਕੀ ਇਹ ਠੀਕ ਹੈ? ਜਵਾਬ: ਕਿਰਤ ਦਾ ਪਰਮਾਰਥ ਨਾਲ ਬਹੁਤ ਵੱਡਾ ਸੰਬੰਧ ਹੈ। ਬਾਬਾ ਨੰਦ ਸਿੰਘ ਜੀ ਬਚਨ ਕਰਦੇ ਸਨ ਕਿ ਜਿਸ ਦੀ ਕਿਰਤ ਸ਼ੁੱਧ ਨਹੀਂ, ਉਸ ਦਾ ਪਰਮਾਰਥ ਕਦੇ ਵੀ ਸੁਧਰ ਨਹੀਂ ਸਕਦਾ। ਗੁਰਬਾਣੀ ਵਿੱਚ ਫੁਰਮਾਨ ਹੈ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸਵਾਲ ਨੰਬਰ 155। ਸਤਿਕਾਰਯੋਗ ਵੀਰ ਜੀ, 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿੰਨੇ ਕੁ ਵੱਡੇ ਦਾਨੀ ਸਨ? ਜਵਾਬ: ਸ਼ੁਕਰ ਕਰੀਏ ਕਿ ਸਾਨੂੰ ਇਹੋ ਜਿਹਾ ਮਹਾਨ ਪਿਤਾ ਮਿਲਿਆ ਹੈ।
ਜਿਸ ਵਰਗਾ ਨਾ ਕੋਈ ਹੋਇਆ ਹੈ ਤੇ ਨਾ ਹੀ ਹੋਵੇਗਾ। ਕਲਗੀਧਰ ਪਾਤਸ਼ਾਹ ਜੀ ਦੀ ਦਿਆਲਤਾ ਦਾ ਕੋਈ ਅੰਤ ਨਹੀਂ। ਕਿਸੇ ਨੇ ਪੈਸਾ ਦਾਨ ਕੀਤਾ, ਕਿਸੇ ਨੇ ਕੱਪੜਾ ਦਾਨ ਕੀਤਾ, ਕਿਸੇ ਨੇ ਆਪਣੀਆਂ ਮਹਿਲ ਮਾੜੀਆਂ ਦਾਨ ਕੀਤੀਆਂ, ਪਰ ਸਾਡੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੰਨੇ ਵੱਡੇ ਦਾਨੀ ਸਨ ਕਿ ਸਾਰਾ ਸਰਬੰਸ ਹੀ ਸਰਬੱਤ ਦੇ ਭਲੇ ਲਈ ਦਾਨ ਕਰ ਦਿੱਤਾ। ਸਵਾਲ ਨੰਬਰ 156। ਸਤਿਕਾਰਯੋਗ ਵੀਰ ਜੀ, ਆਮ ਦੇਖੀਦਾ ਹੈ ਕਿ ਜਦੋਂ ਕਿਸੇ ਨੂੰ ਕੋਈ ਵੱਡੀ ਚੀਜ਼ ਮਿਲ ਜਾਵੇ ਤਾਂ ਉਸ ਦਾ ਨਿਤਨੇਮ ਪਹਿਲਾਂ ਨਾਲੋਂ ਘੱਟ ਹੋ ਜਾਂਦਾ ਹੈ। ਅਜਿਹੇ ਸਮੇਂ ਸਿੱਖ ਨੂੰ ਕੀ ਕਰਨਾ ਚਾਹੀਦਾ ਹੈ? ਜਵਾਬ: ਹਾਂ, ਇਹ ਠੀਕ ਹੈ ਕਿ ਬਹੁਤ ਸਾਰੇ ਸਰੀਰਾਂ ਵਿੱਚ ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਕਿ ਜਦ ਕਿਸੇ ਦੇ ਵਪਾਰ ਵਿੱਚ ਵਾਧਾ ਹੁੰਦਾ ਹੈ ਤਾਂ ਉਸ ਦਾ ਨੇਮ ਘੱਟ ਜਾਂਦਾ ਹੈ ਤੇ ਇਹ ਹਾਲਤ ਹੋ ਜਾਂਦੀ ਹੈ, ਦਾਤ ਪਿਆਰੀ ਵਿਸਰਿਆ ਦਾਤਾਰਾ। ਸੰਤ ਸੁਜਾਨ ਸਿੰਘ ਜੀ ਦਿੱਲੀ ਕਰੋਲ ਬਾਗ ਅਸਥਾਨ 'ਤੇ ਕੀਰਤਨ ਕਰ ਰਹੇ ਸਨ। ਇੱਕ ਨੌਜਵਾਨ ਮੱਥਾ ਟੇਕ ਰਿਹਾ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਉਹਨਾਂ ਦਾ ਖਿਆਲ ਚਲਾ ਗਿਆ ਕਿ ਇਹ ਨੌਜਵਾਨ 2-3 ਮਹੀਨਿਆਂ ਬਾਅਦ ਗੁਰੂ ਘਰ ਆਇਆ ਹੈ। ਸਮਾਪਤੀ ਤੋਂ ਬਾਅਦ ਕੁਦਰਤੀ ਉਹ ਨੌਜਵਾਨ ਸਾਹਮਣੇ ਆ ਗਿਆ ਤੇ ਸੰਤ ਜੀ ਪੁੱਛਣ ਲੱਗੇ, ਅੱਜ ਕੱਲ੍ਹ ਤੂੰ ਸੰਗਤ ਵਿੱਚ ਨਹੀਂ ਆ ਰਿਹਾ? ਉਹ ਸਰੀਰ ਕਹਿਣ ਲੱਗਾ, ਮੈਂ 2-3 ਏਜੰਸੀਆਂ ਹੋਰ ਲੈ ਲਈਆਂ ਹਨ ਤੇ ਮੇਰੇ ਵਪਾਰ ਦਾ ਖਿਲਾਰਾ ਇੰਨਾ ਵੱਧ ਗਿਆ ਹੈ ਕਿ ਸੰਗਤ ਵਿੱਚ ਆਉਣ ਵਾਸਤੇ ਹੁਣ ਟਾਈਮ ਨਹੀਂ ਮਿਲਦਾ। ਮਹਾਂਪੁਰਸ਼ ਨੇ ਉਸ ਦੀ ਬਾਂਹ ਫੜ ਲਈ ਤੇ ਕਹਿਣ ਲੱਗੇ ਕਿ ਆ ਫਿਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਚੱਲ ਤੇ ਤੇਰੀ ਅਰਦਾਸ ਕਰੀਏ ਕਿ ਸਤਿਗੁਰੂ ਜੀ ਤੇਰਾ ਕੰਮ ਘਟਾ ਦੇਣ। ਉਸ ਨੇ ਬਾਂਹ ਖਿੱਚ ਲਈ ਤੇ ਕਹਿਣ ਲੱਗਾ, ਜੀ ਇਹ ਵੀ ਕੋਈ ਅਰਦਾਸ ਹੈ? ਕੰਮ ਘਟਾ ਦਿਓ। ਮਹਾਂਪੁਰਸ਼ ਕਹਿਣ ਲੱਗੇ ਕਿ ਹੁਣ ਤਾਂ ਬਣਦੀ ਹੈ ਇਹ ਅਰਦਾਸ ਕਰਨੀ, ਕਿਉਂਕਿ ਜ਼ਿਆਦਾ ਵਪਾਰਕ ਖਲੇਰੇ ਨੇ ਤੈਨੂੰ ਨੇਮ ਨਾਲੋਂ ਤੋੜ ਦਿੱਤਾ ਹੈ। ਗੁਰਸਿੱਖ ਉਹ ਹੈ ਕਿ ਜੇ ਵਾਹਿਗੁਰੂ ਨੇ ਬਖਸ਼ਿਸ਼ ਕਰਕੇ ਉਸ ਦੇ ਵਪਾਰ ਵਿੱਚ ਵਾਧਾ ਕੀਤਾ ਹੈ ਤਾਂ ਪਹਿਲੇ ਨਾਲੋਂ ਉਸ ਦਾ ਨੇਮ ਵੱਧ ਜਾਣਾ ਚਾਹੀਦਾ ਹੈ ਤਾਂ ਕਿ ਗੁਰਬਾਣੀ ਦੀ ਵਾੜ ਲੱਗੀ ਰਹੇ। ਦਾਸ ਨੂੰ ਅੰਮ੍ਰਿਤਸਰ ਵਿੱਚ ਇੱਕ ਪਰਿਵਾਰ ਨੇ ਆਪਣੀ ਫੈਕਟਰੀ ਵਿੱਚ ਬੁਲਾਇਆ। ਦਾਸ ਜਦੋਂ ਉਹਨਾਂ ਦੀ ਫੈਕਟਰੀ ਵਿੱਚ ਪਹੁੰਚਿਆ ਤੇ ਇੰਨੀ ਵੱਡੀ ਫੈਕਟਰੀ ਵੇਖ ਕੇ ਬਹੁਤ ਹੈਰਾਨ ਹੋ ਗਿਆ, ਕਿਉਂਕਿ ਪਹਿਲਾਂ ਉਹਨਾਂ ਦੀ ਇੱਕ ਛੋਟੀ ਜਿਹੀ ਦੁਕਾਨ ਸੀ ਤੇ ਇੱਕਦਮ ਫਿਰ ਵੱਡੀ ਫੈਕਟਰੀ ਲੱਕੜੀ ਦੇ ਬੋਰਡਾਂ ਦੀ ਬਣਾ ਲਈ। ਦਾਸ ਨੇ ਫਿਰ ਉਹਨਾਂ ਦੇ ਦਫ਼ਤਰ ਵਿੱਚ ਜਾ ਕੇ ਬੇਨਤੀ ਕੀਤੀ ਕਿ ਜਦੋਂ ਤੁਸੀਂ ਆਪਣੀ ਫੈਕਟਰੀ ਵਿੱਚ ਆਉਂਦੇ ਹੋ ਤਾਂ ਇੱਕ ਪਾਠ ਸੁਖਮਨੀ ਸਾਹਿਬ ਦੀ ਜ਼ਰੂਰ ਹਾਜ਼ਰੀ ਲਗਾਇਆ ਕਰੋ ਤਾਂ ਕਿ ਫੈਕਟਰੀ ਨੂੰ ਵੀ ਬਾਣੀ ਦੀ ਵਾੜ ਲੱਗੀ ਰਹੇ। ਇਸ ਕਰਕੇ ਗੁਰਸਿੱਖ ਲਈ ਜ਼ਰੂਰੀ ਹੈ ਕਿ ਜਿਵੇਂ ਜਿਵੇਂ ਸਤਿਗੁਰੂ ਦੀ ਬਖਸ਼ਿਸ਼ ਕਰਕੇ ਦਾਤਾਂ ਦੇਣ, ਤੁਸੀਂ ਉਸੇ ਤਰ੍ਹਾਂ ਆਪਣਾ ਨੇਮ ਵਧਾਈ ਜਾਓ, ਫਿਰ ਕੋਈ ਵਿਘਨ ਨਹੀਂ ਪਵੇਗਾ, ਕਿਉਂਕਿ ਉਸ ਦਾਨ ਨੂੰ ਗੁਰਬਾਣੀ ਦੀ ਵਾੜ ਲੱਗ ਗਈ ਹੈ। ਸਵਾਲ ਨੰਬਰ 157। ਸਤਿਕਾਰਯੋਗ ਵੀਰ ਜੀ, ਜਦ ਪੂਰਨ ਸੰਤ ਦਾ ਸੰਗ ਮਿਲੇ ਤਾਂ ਕੀ ਹੁੰਦਾ ਹੈ ਇੱਕ ਸਧਾਰਨ ਸਰੀਰ ਵਾਸਤੇ? ਜਵਾਬ: ਜਦ ਪੂਰਨ ਸੰਤ ਮਿਲ ਜਾਂਦਾ ਹੈ ਤਾਂ ਉਸ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਉਸ ਦਾ ਨਿਤਨੇਮ ਦੁੱਗਣਾ ਜਾਂ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ। ਤੁਹਾਡੀ ਜ਼ਿੰਦਗੀ ਵਿੱਚ ਗੁਰੂ ਨਾਨਕ ਦੇ ਘਰ ਦੀਆਂ ਕਲਾਸਾਂ ਵਿੱਚ ਅੱਗੇ ਵਧਣ ਦੀ ਜਗਿਆਸਾ ਪੈਦਾ ਹੁੰਦੀ ਹੈ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਇਸ ਕਰਕੇ ਜਦੋਂ ਮਹਾਂਪੁਰਸ਼ਾਂ ਦਾ ਮੇਲ ਹੁੰਦਾ ਹੈ ਤਾਂ ਨੇਮ ਵਿੱਚ ਵਾਧਾ ਹੋ ਜਾਂਦਾ ਹੈ। ਸਵਾਲ ਨੰਬਰ 158। ਸਤਿਕਾਰਯੋਗ ਵੀਰ ਜੀ, ਜੇਕਰ ਕੋਈ ਗਲਤੀ ਹੋ ਜਾਵੇ ਤਾਂ ਉਸ ਗਲਤੀ ਤੋਂ ਕਿਵੇਂ ਮੁਕਤ ਹੋਇਆ ਜਾ ਸਕਦਾ ਹੈ? ਜਵਾਬ: ਸਭ ਤੋਂ ਵੱਡੀ ਗੱਲ ਹੈ ਆਪਣੀ ਗਲਤੀ ਮਹਿਸੂਸ ਕਰਨੀ। ਦੂਸਰੀ ਹੈ, ਜਦ ਵੀ ਤੁਹਾਡੇ ਕੋਲੋਂ ਅਣਜਾਣ-ਪੁਣੇ ਵਿੱਚ ਕੋਈ ਗਲਤੀ ਹੋਵੇ ਤਾਂ ਬਾਣੀ ਦਾ ਨੇਮ ਕੁਝ ਵਧਾ ਕੇ ਗੁਰੂ ਸਾਹਿਬ ਕੋਲੋਂ ਭੁੱਲ ਬਖਸ਼ਾਵੋ। ਅਸੀਂ ਖੱਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲੈ, ਹਉ ਪਾਪੀ ਵੱਡ ਗੁਨਹਗਾਰ। ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ, ਕੋਈ ਗਲਤੀ ਹੋ ਗਈ ਹੈ ਤਾਂ ਪਛਤਾਵਾ ਕਰੋ, ਕਿਉਂਕਿ ਪਛਤਾਵਾ ਪਾਪ ਨੂੰ ਧੋ ਦਿੰਦਾ ਹੈ।
ਪਛਤਾਵਾ ਕੇਵਲ ਗੱਲਾਂ ਦਾ ਨਾ ਹੋਵੇ, ਪਛਤਾਵੇ ਵਿੱਚ ਕਰਨੀ ਵੀ ਹੋਵੇ। ਸਵਾਲ ਨੰਬਰ 159। ਸਤਿਕਾਰਯੋਗ ਵੀਰ ਜੀ, ਗੁਰਬਾਣੀ ਵਿੱਚ ਆਉਂਦਾ ਹੈ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਜਦ ਲੇਖ ਨਹੀਂ ਮਿਟਦੇ ਤਾਂ ਗੁਰੂ ਘਰ ਆਉਣ ਦਾ ਕੀ ਫਾਇਦਾ ਹੈ? ਜਵਾਬ, ਇਹ ਸੱਚ ਹੈ ਕਿ ਲੇਖ ਨਹੀਂ ਮਿਟਦੇ, ਪਰ ਜਦ ਕੋਈ ਗੁਰੂ ਘਰ ਆਉਂਦਾ ਹੈ, ਬਾਣੀ ਪੜ੍ਹਦਾ ਹੈ, ਹੱਥੀਂ ਸੇਵਾ ਕਰਦਾ ਹੈ, ਗੁਰੂ ਦੇ ਦੱਸੇ ਮਾਰਗ 'ਤੇ ਚੱਲਦਾ ਹੈ, ਤਾਂ ਉਸਦੇ ਮਾੜੇ ਕਰਮ ਗੁਰੂ ਦੇ ਸ਼ਬਦ ਦੁਆਰਾ ਸੁਪਨੇ ਵਿੱਚ ਹੀ ਕੱਟੇ ਜਾਂਦੇ ਹਨ। ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਇੱਕ ਸਿੱਖ ਨੇ ਇਹ ਸਵਾਲ ਕੀਤਾ ਸੀ ਕਿ ਜੇ ਲੇਖ ਹੀ ਨਹੀਂ ਮਿਟਣੇ ਤਾਂ ਫਿਰ ਗੁਰੂ ਘਰ ਆਉਣ ਦਾ ਕੀ ਫਾਇਦਾ? ਤੇ ਗੁਰੂ ਜੀ ਨੇ ਇੱਕ ਮੋਹਰ ਦੀ ਉਦਾਹਰਨ ਦਿੰਦਿਆਂ ਦੱਸਿਆ ਸੀ, ਜਿਸ ਤਰ੍ਹਾਂ ਇੱਕ ਮੋਹਰ 'ਤੇ ਲਿਖੇ ਅੱਖਰ ਪੁੱਠੇ ਹੁੰਦੇ ਹਨ, ਪਰ ਜਦੋਂ ਉਹਨਾਂ ਨੂੰ ਕਾਗਜ਼ 'ਤੇ ਲਗਾਇਆ ਜਾਂਦਾ ਹੈ ਤਾਂ ਉਹ ਸਿੱਧੇ ਬਣ ਜਾਂਦੇ ਹਨ। ਇਸੇ ਤਰ੍ਹਾਂ ਜਦੋਂ ਕੋਈ ਵਿਅਕਤੀ ਗੁਰੂ ਦੀ ਸ਼ਰਨ ਆ ਜਾਂਦਾ ਹੈ ਤਾਂ ਫਿਰ ਉਸਦੇ ਮਾੜੇ ਕਰਮ ਵੀ ਸਿੱਧੇ ਹੋ ਜਾਂਦੇ ਹਨ। ਸਵਾਲ ਨੰਬਰ 160। ਸਤਿਕਾਰਯੋਗ ਵੀਰ ਜੀ, ਵਾਹਿਗੁਰੂ ਸਮੇਂ-ਸਮੇਂ 'ਤੇ ਮਹਾਂਪੁਰਸ਼ਾਂ ਨੂੰ ਇਸ ਜਗਤ ਵਿੱਚ ਕਿਉਂ ਭੇਜਦਾ ਹੈ? ਜਵਾਬ, ਪੂਰਨ ਮਹਾਂਪੁਰਸ਼ ਇਸ ਦੁਨੀਆ ਵਿੱਚ ਕੋਈ ਨਾ ਕੋਈ ਡਿਊਟੀ ਲੈ ਕੇ ਆਉਂਦੇ ਹਨ। ਕੋਈ ਗੁਰਦੁਆਰੇ ਦੀ ਸੇਵਾ ਕਰਵਾਉਣ ਆਉਂਦੇ ਹਨ, ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰ ਨਾਜ਼ਰ ਸੇਵਾ ਪ੍ਰਗਟ ਕਰਨ ਲਈ, ਕੋਈ ਬਾਣੀ ਦੀ ਸ਼ੁੱਧਤਾ ਦੀ ਡਿਊਟੀ ਲੈ ਕੇ, ਕੋਈ ਦੁਨੀਆ ਦਾ ਉਧਾਰ ਕਰਨ ਆਦਿ। ਸੰਤ ਮਹਾਂਪੁਰਸ਼ ਸਾਡੀ ਜ਼ਿੰਦਗੀ ਵਿੱਚ ਉਧਾਰ ਕਰਨ ਵਾਸਤੇ ਆਉਂਦੇ ਹਨ। ਮਹਾਂਪੁਰਸ਼ ਸਾਨੂੰ ਰਾਹ ਦਿਖਾਉਂਦੇ ਹਨ। ਜਿਵੇਂ ਇੱਕ ਟੀਚਰ ਬੱਚੇ ਨੂੰ ਪੜ੍ਹਾਉਂਦਾ ਹੈ, ਉਸੇ ਤਰ੍ਹਾਂ ਮਹਾਂਪੁਰਸ਼ ਸਾਨੂੰ ਪੜ੍ਹਾਉਂਦੇ ਹਨ। ਜਦ ਅਸੀਂ ਉਹਨਾਂ ਕੋਲ ਜਾਂਦੇ ਹਾਂ ਤਾਂ ਸਾਡੀ ਬੈਟਰੀ ਚਾਰਜ ਹੁੰਦੀ ਹੈ। ਪੂਰਨ ਸੰਤਾਂ ਦੇ ਦਰਸ਼ਨ ਕਰਨ ਨਾਲ ਜਨਮਾਂ ਜਨਮਾਂ ਦੇ ਪਾਪ ਧੋਤੇ ਜਾਂਦੇ ਹਨ। ਗੁਰੂ ਸਾਹਿਬ ਜੀ ਨੇ ਵੀ ਗੁਰਬਾਣੀ ਵਿੱਚ ਐਸਾ ਫੁਰਮਾਨ ਕੀਤਾ ਹੈ, ਕੋਟ ਮਦੇ ਕੋਈ ਸੰਤ ਦਿਖਾਇਆ, ਨਾਨਕ ਤਿਨਕੈ ਸੰਗ ਧਰਾਇਆ। ਜੇ ਹੋਵੈ ਭਾਗ ਤਾਂ ਦਰਸ਼ਨ ਪਾਈਐ, ਆਪ ਤਰੈ ਸਭ ਕੁਟੰਬ ਤਰਾਈਐ। ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।